ਮੇਰਾ ਜਿਹੜਾ ਪੇਪਰ ਹੈ ਉਹਦਾ ਵਿਸ਼ਾ ਹੈ ਪੰਜਾਬੀ ਲੋਕ ਧਾਰਾ ਅਧਿਐਨ ਦੇ ਵਿੱਚ ਜਿਹੜਾ ਅੰਗਰੇਜ਼ ਅਧਿਕਾਰੀਆਂ ਨੇ ਆਪਣਾ ਯੋਗਦਾਨ ਪਾਇਆ ਉਹਦੇ ਤੇ ਅਖਾਣਾਂ ਦੇ ਵਿਸ਼ੇਸ਼ ਸੰਦਰਭ ਦੇ ਵਿੱਚ। ਬਾਕੀ ਜਿਹੜੀਆਂ ਉਹਨਾਂ ਲੋਕ ਕਹਾਣੀਆਂ ਜਾਂ ਲੋਕ ਗੀਤ ਇਕੱਠੇ ਕੀਤੇ ਮੈਂ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਕਰ ਰਿਹਾ। ਇਹਦੇ 'ਚੋਂ ਸਭ ਨੂੰ ਜਿਹੜੀ ਮੈਂ ਪਹਿਲਾਂ ਸੀ ਡਾਕਟਰ ਗੁਰਮੀਤ ਸਿੰਘ ਉਹਨਾਂ ਵੀ ਗੱਲ ਕੀਤੀ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਥੋਮਸ ਰੋਇਬਕ ਦੀ, ਥੋਮਸ ਰੋਇਬਕ 1781 ਦੇ ਵਿੱਚ ਪੈਦਾ ਹੁੰਦਾ ਆ, 1805-6 ਦੇ ਵਿੱਚ ਉਹ ਇੰਡੀਆ ਪਹੁੰਚਦਾ ਆ। 25-26 ਸਾਲਾਂ ਦਾ ਨੌਜਵਾਨ ਹੈਗਾ ਆ। ਭਾਰਤ ਦੇ ਵਿੱਚ ICS ਬਣ ਕੇ ਉਹ ਆਉਂਦਾ ਆ, ਇੱਕ ਅੰਗਰੇਜ਼ ਅਧਿਕਾਰੀ ਜਿਹੜੀ ਸਾਡੇ IAS ਅਫਸਰ ਨੇ। ਇੱਥੇ ਆ ਕੇ ਉਹ ਅਖਾਣ ਇਕੱਠੇ ਕਰਨੇ ਸ਼ੁਰੂ ਕਰਦਾ ਆ, ਪਰ ਕੁਝ ਸਮੇਂ ਬਾਅਦ ਉਹਦੀ ਸਿਹਤ ਖਰਾਬ ਹੁੰਦੀ, ਫਿਰ ਇੱਕ ਵਾਰੀ ਵਾਪਸ ਇੰਗਲੈਂਡ ਜਾਂਦਾ ਆ, ਫਿਰ ਦੁਬਾਰਾ ਮੁੜ ਕੇ ਆਉਂਦਾ ਆ, ਉਸ ਕਾਰਜ ਨੂੰ ਕੰਟੀਨਿਊ ਕਰਦਾ ਆ। ਅਤੇ ਜਦੋਂ ਮੈਂ ਇਸ ਕਾਰਜ ਨੂੰ ਦੇਖਦਾ ਹਾਂ ਤਾਂ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਆ ਕਿ ਥੋਮਸ ਰੋਇਬਕ ਭਾਰਤ ਦੇ ਵਿੱਚ ਅਖਾਣ ਇਕੱਠੇ ਕਰ ਰਿਹਾ ਆ ਅਤੇ ਜਰਮਨ ਦੇ ਵਿੱਚ ਗ੍ਰਿਮ ਬ੍ਰਦਰ ਨੇ ਜਿਹੜੇ ਉਹ ਲੋਕ ਕਹਾਣੀਆਂ ਇਕੱਠੀਆਂ ਕਰ ਰਹੇ ਨੇ, ਦੋਵੇਂ ਪੈਰਲਰ ਕੰਮ ਕਰ ਰਹੇ ਨੇ। ਅਤੇ ਸਭ ਤੋਂ ਵੱਡੀ ਟ੍ਰੈਜਡੀ ਇਹ ਵਾਪਰਦੀ ਆ ਕਿ RM ਡਾਰਸਨ ਨੇ ਕਿਤਾਬ ਲਿਖਤਾ ਆ ਬ੍ਰਿਟਿਸ਼ ਫੋਕਲੋਰਿਸਟ, ਜਿਹਦੇ ਵਿੱਚ ਉਹ ਪੂਰੀ ਬ੍ਰਿਟਿਸ਼ ਫੋਕਲੋਰਿਸਟ ਜਿਹੜੇ ਨੇ ਉਹਨਾਂ ਦੀ ਹਿਸਟਰੀ ਨੂੰ ਉਹ ਇੱਕ ਮਾਡਲ ਦੇ ਵਿੱਚ ਸਾਡੇ ਸਾਹਮਣੇ ਰੱਖਦਾ ਆ। ਉਹਦੇ ਵਿੱਚ ਥੋਮਸ ਰੋਇਬਕ ਦਾ ਨਾਮ ਸਿਰਫ ਅਤੇ ਸਿਰਫ ਬਿਬਲੋਗ੍ਰਾਫੀ ਦੇ ਵਿੱਚ ਹੈਗਾ ਆ। ਉਹ ਪੂਰੀ ਕਿਤਾਬ ਦੇ ਵਿੱਚ ਕਿਤੇ ਵੀ ਉਹਦੇ ਬਾਰੇ ਇੱਕ ਜ਼ਿਕਰ ਨਹੀਂ ਕਰਦਾ, ਸਿਰਫ ਬਿਬਲੋਗ੍ਰਾਫੀ ਤੋਂ ਇਲਾਵਾ। RM ਡਾਰਸਨ ਤੋਂ ਜਦੋਂ ਮੈਂ ਕਿਤਾਬ ਦੇਖਦਾ ਹਾਂ ਤਾਂ ਮੈਨੂੰ ਹੈਰਾਨੀ ਹੁੰਦੀ ਕਿ RM ਡਾਰਸਨ ਵਰਗਾ ਬੰਦਾ ਇਸ ਕਿਤਾਬ ਨੂੰ ਛੱਡ ਗਿਆ, ਜਿਹੜੀ ਆਪਣੇ ਆਪ ਦੇ ਵਿੱਚ ਇੰਪੋਰਟੈਂਟ ਹੈਗੀ ਆ। 5600 ਅਖਾਣ ਨੇ ਇਹਦੇ ਵਿੱਚ, ਜਿਹਦੇ 'ਚੋਂ 2500 ਅਖਾਣ ਤਾਂ ਹਿੰਦੁਸਤਾਨੀ ਭਾਸ਼ਾਵਾਂ ਦੇ ਨੇ, ਜਿਹਦੀ ਭੂਮਿਕਾ H ਵਿਲਸਨ ਲਿਖਦਾ। ਉਹ ਗੱਲ ਕਰਦਾ ਹੈ ਕਿ ਇਹਦੇ ਵਿੱਚ ਪੰਜਾਬੀ ਦੇ ਇਲਾਵਾ ਹਿੰਦੁਸਤਾਨੀ ਦੇ, ਉਰਦੂ ਦੇ, ਹੋਰ ਭਾਸ਼ਾਵਾਂ ਦੇ ਅਖਾਣ ਵੀ ਨੇ। ਪਹਿਲਾ ਪਾਰਟ ਉਹਦਾ ਫਾਰਸੀ ਦੀਆਂ ਕਹਾਵਤਾਂ ਦੇ ਨਾਲ ਰਿਲੇਟਡ ਹੈਗਾ। ਅਤੇ ਇਹਨੂੰ H ਵਿਲਸਨ 1818 ਦੇ ਵਿੱਚ 1819 ਦੇ ਜਿਹੜੀ ਡੈਥ ਹੋ ਜਾਂਦੀ ਆ, ਉਹਦਾ ਜਿਹੜਾ ਖਰੜਾ ਆ ਫੋਰਟ ਵਿਲੀਅਮ ਦੇ ਵਿੱਚ ਪਿਆ ਆ। ਉੱਥੋਂ H ਵਿਲਸਨ ਜਿਹੜਾ ਆਪ ਇੱਕ ਵੱਡਾ ਸਕਾਲਰ ਹੈਗਾ ਆ, ਉਹਨੂੰ ਚੱਕ ਕੇ 1824 ਦੇ ਵਿੱਚ ਪਬਲਿਸ਼ ਕਰਦਾ ਆ। ਉਸ ਤੋਂ ਬਾਅਦ ਜਿਹੜਾ ਲਗਾਤਾਰ ਸਾਡੇ ਕੋਲ ਇੱਕ ਗੈਪ ਰਹਿੰਦਾ ਆ, ਜਿਹਦੇ ਵਿੱਚ 50 ਸਾਲ ਦਾ ਕੋਈ ਡਾਕੂਮੈਂਟ ਨਹੀਂ ਮਿਲਦਾ ਜਿਹਦੇ ਵਿੱਚ ਕੋਈ ਅਖਾਣਾਂ ਬਾਰੇ ਕਾਰਜ ਹੋਇਆ ਮਿਲਦਾ ਹੋਵੇ। ਜੇ ਐਬਟ ਦਾ ਆਰਟੀਕਲ ਮਿਲਦਾ ਆ, ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਵੇਖਿਆ ਹੋਵੇਗਾ। ਉਹ ਆਰਟੀਕਲ ਨਹੀਂ ਹੈਗਾ, ਪੂਰੀ ਕਿਤਾਬ ਹੈਗੀ, 100 ਪੇਜਾਂ ਦਾ ਆਰਟੀਕਲ ਆ। ਉਹ ਆਪਣੇ ਆਪ ਦੇ ਵਿੱਚ ਉਹ ਪੂਰੀ ਸਟੱਡੀ ਹੈਗੀ ਆ। ਕਿਵੇਂ ਜਿਹੜਾ ਮੈਨੂੰ ਲੱਗਦਾ ਸੀਗਾ ਕਿ ਜਦੋਂ ਸੁਪਰੀਮ ਕੋਰਟ ਨੇ ਅਯੁੱਧਿਆ ਵਾਲਾ ਮਸਲਾ ਵਿਚਾਰਿਆ, ਮੇਰਾ ਜੀਅ ਕਰਦਾ ਸੀਗਾ ਕਿ ਇਸ ਆਰਟੀਕਲ ਨੂੰ ਸੁਪਰੀਮ ਕੋਰਟ ਨੂੰ ਭੇਜਾਂ ਕਿ ਉਹ ਦੇਖੇ ਕਿ ਇਹਦੇ ਵਿੱਚ ਰਾਮ ਬਾਰੇ ਕਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਉੱਤਰੀ ਭਾਰਤ ਦੇ ਹਵਾਲੇ ਦੇ ਨਾਲ, ਖਾਸ ਕਰਕੇ ਜਿਹੜਾ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਏਰੀਆ ਹੈ, ਉੱਥੇ ਰਾਮ ਦੇ ਨਾਲ ਉਹ ਕਿਵੇਂ ਉਹਨੂੰ ਜੋੜਦਾ ਹੈ। ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਅਗਲਾ ਕਾਰਜ ਹੈ ਜਿਹਨੂੰ ਅਸੀਂ ਅਖਾਣਾਂ ਨਾਲ ਜੋੜ ਸਕਦੇ ਹਾਂ, ਉਹ ਹੈ ਸਾਡੇ ਕੋਲ ਜੇ ਨਿਊਟਨ ਦੀ ਗ੍ਰਾਮਰ ਆਉਂਦੀ, ਪੰਜਾਬੀ ਗ੍ਰਾਮਰ 1851 ਦੇ ਵਿੱਚ। ਉਹਦੇ ਵਿੱਚ ਉਹ ਕੋਈ ਬਹੁਤ ਜ਼ਿਆਦਾ ਅਖਾਣ ਨਹੀਂ ਇਕੱਠੇ ਕਰਦਾ, ਥੋੜ੍ਹੇ ਜਿਹੇ ਅਖਾਣ ਉਹ ਉਹਦੇ ਵਿੱਚ ਦਿੰਦਾ ਆ। ਉਹ ਕੋਈ ਮੌਲਿਕ ਕੰਮ ਨਹੀਂ ਹੈਗਾ ਜਾਂ ਬਹੁਤ ਮਹੱਤਵਪੂਰਨ ਕੰਮ ਨਹੀਂ ਹੈਗਾ, ਪਰ ਕਿਉਂਕਿ ਗ੍ਰਾਮਰ ਹੋਣ ਕਰਕੇ ਉਹਦੇ ਵਿੱਚ ਉਹਦੀ ਨੀਡ ਦੇ ਕਰਕੇ, ਜ਼ਰੂਰਤ ਦੇ ਕਰਕੇ ਉਹ ਵਿੱਚ ਕੁਛ ਜਿਹੜੇ ਅਖਾਣ ਨੇ ਐਡ ਕਰਦਾ ਹੈ। ਉਸ ਤੋਂ ਬਾਅਦ ਟੈਂਪਲ ਜਿਹੜਾ ਸਾਡੇ ਕੋਲ ਇੱਕ ਵੱਡਾ ਖੋਜੀ ਹੈਗਾ ਆ। ਮੈਨੂੰ ਲੱਗਦਾ ਕਿ ਟੈਂਪਲ ਜਦੋਂ ਅੰਗਰੇਜ਼ ਅਧਿਕਾਰੀ ਬਣਦਾ ਆ ਅਤੇ ਉਹਦੀ ਪੰਜਾਬ ਦੇ ਨਾਲ ਕੁਛ ਨਾ ਕੁਛ ਸਾਂਝ ਜ਼ਰੂਰ ਹੈਗੀ ਆ। ਇਹ ਸਿਰਫ ਇੱਕ ਅੰਗਰੇਜ਼ ਅਧਿਕਾਰੀ ਹੋਣ ਦੇ ਨਾਤੇ ਕੋਈ ਇੰਨਾ ਕੰਮ ਮੈਨੂੰ ਨਹੀਂ ਲੱਗਦਾ ਕਰ ਸਕਦਾ ਆ। ਬਟ ਉਹ ਪਹਿਲਾਂ ਇੱਕ ਆਰਟੀਕਲ ਛਪਵਾਉਂਦਾ ਆ ਆਪਣਾ ਫੋਕਲੋਰ ਸੁਸਾਇਟੀ ਦੇ ਵਿੱਚ, ਐਗਰੀਕਲਚਰ ਫੋਕਲੋਰ ਨੋਟਸ ਦੇ ਨਾਮ, ਜਿਹਦੇ ਵਿੱਚ ਉਹ ਕੁਛ ਅਖਾਣ ਦਿੰਦਾ ਆ ਅਤੇ ਉਹਦੇ ਵਿੱਚੋਂ ਜ਼ਿਕਰ ਕਰਦਾ ਆ। ਮੈਂ ਉਹਦੀ ਕੋਟੇਸ਼ਨ ਨੂੰ ਪੰਜਾਬੀ 'ਚ ਕੋਟ ਕਰ ਰਿਹਾ। ਇਹ ਬਹੁਤ ਮਹੱਤਵਪੂਰਨ ਹੈ ਕਿ ਲੋਕ ਧਾਰਾਈ ਕਥਨ ਅਤੇ ਅਖਾਣਾਂ ਨੂੰ ਉਸ ਦੇ ਅਨੁਵਾਦ ਦੇ ਨਾਲ ਨਾਲ ਅਸਲ ਰੂਪ ਵਿੱਚ ਵੀ ਸੰਭਾਲਿਆ ਜਾਵੇ। ਮੈਂ ਹਰ ਕੇਸ ਵਿੱਚ ਅਸਲ ਰੂਪ ਵੀ ਦਿੱਤੇ ਹਨ ਕਿ ਉਹਦੇ ਵਿੱਚ ਉਹ ਗੱਲ ਕਰਦਾ ਕਿ ਟਰਾਂਸਲੇਸ਼ਨ ਦੇ ਨਾਲ ਨਾਲ ਮੈਂ ਉਹਦਾ ਜਿਹੜਾ ਓਰੀਜਨਲ ਰੂਪ ਹੈ ਪੰਜਾਬੀ, ਉਹਨੂੰ ਭਾਵੇਂ ਉਹ ਇੰਗਲਿਸ਼ 'ਚ ਟਰਾਂਸਕ੍ਰਾਈਬ ਕਰ ਰਿਹਾ ਹੋਵੇ, ਪਰ ਉਹ ਨਾਲ ਦੇ ਰਿਹਾ। ਉਸ ਤੋਂ ਬਾਅਦ 1881 ਦੇ ਵਿੱਚ ਇੱਕ ਜਿਹੜੀ ਮਹੱਤਵਪੂਰਨ ਸਾਡੇ ਕੋਲ ਕਿਤਾਬ ਆਉਂਦੀ ਆ, ਮੁਲਤਾਨੀ ਗਲੋਸਰੀ। ਜਿਹੜੀ ਗਲੋਸਰੀ ਹੈ, ਜਿਹਦੇ ਵਿੱਚ ਉਹ ਇੱਥੋਂ ਅੰਗਰੇਜ਼ਾਂ ਦਾ ਜਿਹੜਾ ਸਾਡੀ ਸੁਸਾਇਟੀ ਨੂੰ ਸਮਝਣ ਦਾ ਵੱਡਾ ਰੀਜ਼ਨ ਹੈ ਸਾਡੇ ਸਾਹਮਣੇ ਉੱਗੜ ਕੇ ਸਾਹਮਣੇ ਆਉਂਦਾ ਹੈ ਕਿ ਉਹ ਗਲੋਸਰੀ ਦੇ ਵਿੱਚ ਇਕੱਲੇ ਅਖਾਣ ਨਹੀਂ ਦੇ ਰਹੇ। ਤੁਸੀਂ ਦੇਖੋਗੇ ਉਹਦੇ ਵਿੱਚ ਪਸ਼ੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਆਵਾਜ਼ਾਂ ਵੀ ਨੇ ਉਹਦੇ ਵਿੱਚ, ਪਰ ਮੇਰਾ ਫੋਕਸ ਕਿਉਂਕਿ ਸਿਰਫ ਅਖਾਣ, ਇਹਦੇ ਵਿੱਚ ਵੀ ਬਹੁਤ ਸਾਰੇ ਅਖਾਣ ਨੇ ਜਿਹੜੇ ਪੰਜਾਬੀ ਦੇ ਉਹ ਦਿੱਤੇ ਹੋਏ ਨੇ। ਅਤੇ ਕਮਾਲ ਦੀ ਗੱਲ ਇਹ ਹੈਗੀ ਕਿ ਪੰਜਾਬੀ ਦੇ ਵਿੱਚ ਇੱਕ ਅਖਾਣ ਨੂੰ ਟਰਾਂਸਲੇਟ ਕੀਤਾ ਜਾਂਦਾ ਆ। ਗੁਰੂ ਨਾਨਕ ਯੂਨੀਵਰਸਿਟੀ ਨੇ ਅਖਾਣ ਛਾਪਿਆ, ਅਖਾਣਕੋਸ਼ ਛਾਪਿਆ। ਉਹਦੇ 'ਚ ਅਖਾਣ ਸੀਗਾ ਕਿ ਕੱਲਰ ਵੈਰੀ ਕੰਧ ਦਾ ਉਹ ਬੇਲੀਆ, ਮੱਛੀ ਦਾ ਵੈਰੀ ਜਾਲ। ਅਤੇ ਉਹਦੀ ਟਰਾਂਸਲੇਟ ਉਹ ਪੰਜਾਬੀ ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਦੇ ਜਿਹੜਾ ਅਖਾਣਕੋਸ਼ ਸ਼ਬਦ ਹੈ ਉਹਦੀ ਕੀ ਕੀਤੀ ਜਾ ਰਹੀ ਆ, ਕਲਰ ਇਜ਼ ਦਾ ਐਨਮੀ ਆਫ ਦਾ ਵਾਲ, ਓ ਫਰੈਂਡ ਨੈਸਟ ਇਜ਼ ਦਾ ਐਨਮੀ ਆਫ ਦਾ ਫਿਸ਼। ਅਤੇ ਇਹੀ ਟਰਾਂਸਲੇਸ਼ਨ ਮੁਲਤਾਨੀ ਗਲੋਸਰੀ ਦੇ ਵਿੱਚ ਪਈ ਆ ਸੇਮ।
ਕਿ ਕਲਰ ਇਜ਼ ਦਾ ਐਨਮੀ ਆਫ ਦਾ ਵਾਲ। ਉਹ ਫਰੈਂਡ, ਉਹ ਬੇਲੀਆ ਨੂੰ ਉਹ ਫਰੈਂਡ ਕਰ ਰਿਹਾ, ਉਹ ਫਰੈਂਡ ਐਨਮੀ, ਨੈਸਟ ਇਜ਼ ਦਾ ਐਨਮੀ ਆਫ ਦਾ ਫਿਸ਼। ਕਿ ਪੰਜਾਬੀ ਉੱਥੋਂ ਟਰਾਂਸਲੇਟ ਚੱਕੀ, ਅੱਗੇ ਅਸੀਂ ਉਹਨੂੰ ਟਰਾਂਸਲੇਟ ਕਰਤਾ। ਉਸ ਤੋਂ ਬਾਅਦ ਆਰਸੀ ਟੈਂਪਲ ਇੱਕ ਹੋਰ ਸਾਡੇ ਕੋਲ ਜਿਹੜਾ ਹੈ ਆਪਣਾ ਇੱਕ ਆਰਟੀਕਲ ਲੈ ਕੇ ਆਉਂਦਾ ਆ, ਸਮ ਪੰਜਾਬੀ ਐਂਡ ਅਦਰ ਪ੍ਰੋਵਰਬਸ, ਕਿ ਉਹਦੇ ਵਿੱਚ ਵੀ ਉਹ ਕੁਛ ਅਖਾਣ ਸਾਡੇ ਸਾਹਮਣੇ ਰੱਖਦਾ ਆ ਅਤੇ ਜਿਹਦੇ ਵਿੱਚ ਉਹ ਗੱਲ ਕਰਦਾ ਆ, ਨਾਚ ਨਾ ਜਾਣੇ ਮੇਰਾ ਆਂਗਣ ਬਿੰਗਾ। ਪੰਜਾਬੀ 'ਚ ਦੱਸ ਰਿਹਾ, ਉਹਦੀ ਟਰਾਂਸਲੇਸ਼ਨ ਕਰ ਰਿਹਾ, ਏ ਬੈਡ ਵਰਕਮੈਨ ਕੁਅਲਸ ਵਿਦ ਹਿਜ਼ ਟੂਲਸ। ਉਸ ਤੋਂ ਬਾਅਦ ਜਿਹੜੀ ਇੱਕ ਮਹੱਤਵਪੂਰਨ ਡਾਕੂਮੈਂਟ ਹਾਲੇ ਤੱਕ ਸਾਡੇ ਤੋਂ ਮਿਸਿੰਗ ਸੀਗਾ, ਬੜਾ ਮੈਨੂੰ ਲੱਭ ਗਿਆ ਹੁਣ, ਪੰਜਾਬ ਨੋਟਸ ਐਂਡ ਕੁਐਰੀਜ਼, 4 ਵੋਲੀਅਮ ਦੇ ਵਿੱਚ ਛਪਿਆ ਉਹ 1883, 1884, 1885 ਅਤੇ 1886। ਪੂਰੇ 48 ਵੋਲੀਅਮ ਨਿਕਲੇ ਉਹਦੇ। 48 ਜਿੱਦਾਂ ਤੁਸੀਂ ਕਹਿ ਸਕਦੇ ਜਰਨਲ ਹੈਗਾ ਇਹ, 48 ਅੰਕ ਨਿਕਲੇ, ਜਿਹਦੇ ਵਿੱਚ 36 ਮੇਰੇ ਕੋਲ ਪਹੁੰਚ ਗਏ ਨੇ। 1 ਸਾਲ ਦਾ ਜਿਹੜਾ ਆ ਉਹ ਮੇਰੇ ਕੋਲ ਨਹੀਂ ਪਹੁੰਚਿਆ। ਮੈਂ ਕੈਲੀਫੋਰਨੀਆ ਯੂਨੀਵਰਸਿਟੀ ਦੇ ਨਾਲ, ਬਰਕਲੇ ਯੂਨੀਵਰਸਿਟੀ ਦੇ ਨਾਲ, ਗੂਗਲ ਦੇ ਨਾਲ, ਕਈ ਹੋਰ ਲਾਇਬ੍ਰੇਰੀਆਂ ਨਾਲ ਕੰਟੈਕਟ ਕਰ ਰਿਹਾ, ਪਰ ਮੈਨੂੰ ਕੋਈ ਲੜ ਪੱਲਾ ਨਹੀਂ ਫੜਾ ਰਿਹਾ ਹਾਲੇ ਵੀ। ਇਹਦੇ ਨਾਲ ਹੀ ਇਸ 4 ਸਾਲ ਤੋਂ ਬਾਅਦ ਜਦੋਂ ਇਹਨੂੰ ਕੰਟੀਨਿਊ ਕਰਦਾ ਅੱਗੇ, ਵਿਲੀਅਮ ਕਰੁਕ 1891 ਦੇ ਵਿੱਚ ਉਹ ਇਸ ਦਾ ਨਾਮ ਬਦਲ ਕੇ ਨਾਰਥ ਇੰਡੀਅਨ ਨੋਟਸ ਐਂਡ ਕੁਐਰੀਜ਼ ਕਰਦਾ ਆ। ਉਹਦੇ ਵਿੱਚ ਵੀ ਉਹ ਬਹੁਤ ਸਾਰੇ ਅਖਾਣ ਜਿਹੜੇ ਨੇ, ਜਿਹੜਾ ਪੰਜਾਬ ਨੋਟਸ ਐਂਡ ਕੁਐਰੀਜ਼ ਹੈ, ਇਹਦੇ ਵਿੱਚ ਬਹੁਤ ਸਾਰੇ ਪੰਜਾਬੀ ਨੇ ਜਿਹੜੇ, ਆਇਆ ਸਿੰਘ ਹੈ, ਕਈ ਹੋਰ ਵਿਅਕਤੀ ਨੇ ਜਿਹੜੇ ਅਖਾਣ ਇਕੱਠੇ ਕਰਦੇ ਨੇ ਅਤੇ ਉਹ ਅਖਾਣ ਇਕੱਠੇ ਕਰਕੇ ਇਸ ਜਰਨਲ ਦੇ ਵਿੱਚ ਛਪਵਾਉਂਦੇ ਨੇ। ਉਸੇ ਨੂੰ ਕੰਟੀਨਿਊ ਕਰਦਾ ਹੈ ਅੱਗੇ, ਕਿਉਂਕਿ 86-87 ਦੇ ਵਿੱਚ ਜਿਹੜਾ ਆਰਸੀ ਟੈਂਪਲ ਆ ਉਹ ਪੰਜਾਬ ਤੋਂ ਦੂਜੀ ਜਗ੍ਹਾ ਚਲਾ ਜਾਂਦਾ ਹੈ। ਜਿਸ ਤੋਂ ਬਾਅਦ ਜਿਹੜਾ ਇਹਦਾ ਕੰਮ ਹੈ 1891 ਦੇ ਵਿੱਚ ਵਿਲੀਅਮ ਕਰੁਕ ਕਰਦਾ ਆ, ਉਹ 5 ਵੋਲੀਅਮ ਕੱਢਦਾ ਆ। 5 ਵੋਲੀਅਮ ਯਾਨੀ ਕਿ ਲਗਭਗ 60 ਜਿਹੜੇ ਅੰਕ ਨੇ ਉਹ ਕੱਢਦਾ ਇਹਦੇ। ਇਸ ਤੋਂ ਬਾਅਦ ਇੱਕ ਜਿਹੜੀ ਡਿਕਸ਼ਨਰੀ ਸਾਡੇ ਕੋਲ ਆਉਂਦੀ ਹੈ, ਜਿਹੜੀ ਬਿਲਕੁਲ ਮਿਸਿੰਗ ਸੀਗੀ, ਕਿਸੇ ਨੇ ਕੰਮ ਨਹੀਂ ਕੀਤਾ, ਇਹ ਡਿਕਸ਼ਨਰੀ ਆਫ ਹਿੰਦੁਸਤਾਨੀ ਪ੍ਰੋਵਰਬਸ SW ਫੈਲਨ ਦੀ। ਇਹਨੂੰ ਵੀ ਪਹਿਲੀ ਵਾਰੀ ਜਿਹੜਾ ਹੈ ਆਰਸੀ ਟੈਂਪਲ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। 1888 ਦੀ ਇਹ ਸਾਡੇ ਸਾਹਮਣੇ ਆਉਂਦੀ। ਉਹਨੇ ਇੱਕ ਡਿਕਸ਼ਨਰੀ ਹੋਰ ਬਣਾਈ, ਇੱਕ ਤਾਂ ਪ੍ਰੋਵਰਬਸ ਦੀ ਹੈ, ਇੱਕ ਡਿਕਸ਼ਨਰੀ ਉਹਨੇ ਸਿੰਪਲ ਜਿਹੜੀ ਹਿੰਦੁਸਤਾਨੀ ਤੋਂ ਅੰਗਰੇਜ਼ੀ ਬਣਾਈ। ਉਹਦੇ ਵਿੱਚ ਵੀ ਬਹੁਤ ਸਾਰੇ ਅਖਾਣ ਨੇ, ਪਰ ਬਾਅਦ 'ਚ ਉਹਦੇ ਵਿੱਚੋਂ ਕੱਢ ਕੇ ਟੈਂਪਲ ਨੇ ਇੱਕ ਵੱਖਰੀ ਅਖਾਣਾਂ ਦੀ ਡਿਕਸ਼ਨਰੀ ਬਣਾਈ, ਜਿਹੜੀ 1888 ਦੇ ਵਿੱਚ ਪਬਲਿਸ਼ ਹੋਈ। ਉਸ ਤੋਂ ਅਗਲੇ ਸਾਲ ਹੀ ਰੋਬਰਟ ਮੈਕੈਂਚੀ ਜਿਹੜਾ ਆ ਉਹ ਸਾਡੇ ਸਾਹਮਣੇ ਇੱਕ ਵੱਡਾ ਅਤੇ ਇੰਪੋਰਟੈਂਟ ਡਾਕੂਮੈਂਟ ਲੈ ਕੇ ਆਉਂਦਾ ਆ, ਸਿਲੈਕਟਡ ਐਗਰੀਕਲਚਰ ਪ੍ਰੋਵਰਬਸ ਆਫ ਪੰਜਾਬ। ਜੇ ਮੈਂ ਉਹਦੇ 'ਚ ਪਹਿਲੀ ਅਖਾਣ ਦੀ ਐਗਜ਼ਾਮਪਲ ਦੇਣੀ ਹੋਵੇ ਤਾਂ ਮੈਂ ਖਾਲਦ ਹੁਸੈਨ ਨੂੰ ਅਖਾਣ ਸੁਣਾਇਆ, ਅਤੇ ਖਾਲਦ ਹੁਸੈਨ ਨੇ ਫਟ ਉਸ ਵੇਲੇ ਨੋਟ ਕਰ ਲਿਆ, ਕਹਿੰਦਾ ਮੈਂ ਨਹੀਂ ਸੁਣਿਆ ਇਹ, ਜ਼ਮੀਨ ਉਹ ਰਾਣੀ ਜਿਹਦੇ ਸਿਰ 'ਤੇ ਪਾਣੀ। ਅਤੇ ਪਹਿਲਾ ਅਖਾਣ ਆ ਜਿਹੜਾ ਉਹਦੇ ਵਿੱਚ, ਉਹ ਜਿੱਥੋਂ ਕਿਤਾਬ ਸ਼ੁਰੂ ਕਰਦਾ ਆ। ਬਾਕੀ ਡਾਕਟਰ ਸਿੰਘ ਗੁਰਮੀਤ ਸਿੰਘ ਹੁਣਾਂ ਨੇ ਵੀ ਜ਼ਿਕਰ ਕੀਤਾ ਕਿ ਉਹ ਹਰ ਇੱਕ ਅਖਾਣ ਦੀ ਨਾਲ ਟਿੱਪਣੀ ਕਰਦਾ ਆ, ਕਿ ਉਹ ਨਾਲ ਆਪਣਾ ਕਮੈਂਟ ਦੇ ਰਿਹਾ ਵੀ ਇਸ ਅਖਾਣ ਦੇ ਵਿੱਚ ਕੀ ਹੈ, ਇਸ ਅਖਾਣ ਦੇ ਵਿੱਚ ਕੀ ਹੈ। ਅਤੇ ਇਸ ਕਿਤਾਬ ਦੀ ਖੂਬਸੂਰਤੀ ਇਹ ਆ ਕਿ ਇਹ 'ਚ ਪਹਿਲਾ ਅਖਾਣ ਨੂੰ ਇੰਗਲਿਸ਼ ਦੇ ਵਿੱਚ, ਰੋਮਨ ਦੇ ਵਿੱਚ ਦੱਸਿਆ ਗਿਆ ਆ, ਫਿਰ ਪਰਸ਼ੀਅਨ ਸਕ੍ਰਿਪਟ ਦੇ ਵਿੱਚ ਦੱਸਿਆ ਗਿਆ ਆ, ਫਿਰ ਅੱਗੇ ਉਹਦੀ ਵਿਆਖਿਆ ਇੰਗਲਿਸ਼ 'ਚ ਕੀਤੀ ਗਈ ਆ, ਥੱਲੇ ਉਹਦੀ ਫੁੱਟਨੋਟ ਦੇ ਰੂਪ ਦੇ ਵਿੱਚ ਟਿੱਪਣੀ ਕੀਤੀ ਗਈ। ਉਸ ਤੋਂ ਬਾਅਦ ਸਾਡੇ ਕੋਲ ਮੈਂ ਨਾਰਥ ਇੰਡੀਅਨ ਨੋਟਸ ਐਂਡ ਕੁਐਰੀਜ਼ ਦੀ ਗੱਲ ਕਰ ਗਿਆ। ਅੱਗੇ ਮੈਂ ਗੱਲ ਕਰਦਾ ਸ਼ਾਹਪੁਰੀ ਕਾਂਗੜੀ ਗਲੋਸਰੀ ਦੀ। ਬਿਲਕੁਲ ਮੁਲਤਾਨੀ ਗਲੋਸਰੀ ਦੀ ਤਰਜ਼ 'ਤੇ ਸ਼ਾਹਪੁਰੀ ਕਾਂਗੜੀ ਗਲੋਸਰੀ ਨੂੰ ਜੇ ਵਿਲਸਨ ਐਡਿਟ ਕਰਦਾ ਹੈ। ਉਹਦੇ ਵਿੱਚ ਉਹ ਮਟੀਰੀਅਲ ਆਪਣਾ ਦਿੰਦਾ ਹੈ, ਬਹੁਤ ਸਾਰੇ ਅਖਾਣ ਉਹਦੇ ਵਿੱਚ ਪੰਜਾਬੀ ਦੇ ਸ਼ਾਮਲ ਨੇ। ਟਾਈਮ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸ਼ਾਰਟ ਕਰ ਰਿਹਾ ਬਿਲਕੁਲ। 1905 ਦੇ ਵਿੱਚ ਇੱਕ ਕਿਤਾਬ ਆਉਂਦੀ ਹੈ ਉਸਬੋਰਨ ਦੀ, ਪੰਜਾਬੀ ਲਿਰਿਕਸ ਐਂਡ ਪ੍ਰੋਵਰਬਸ, ਟਰਾਂਸਲੇਸ਼ਨ ਇਨ ਵਰਸ ਐਂਡ ਪ੍ਰੋਜ਼। ਬੜਾ ਇੰਪੋਰਟੈਂਟ ਡਾਕੂਮੈਂਟ ਆ, ਪਰ ਇਸ ਡਾਕੂਮੈਂਟ ਦੀ ਪ੍ਰੋਬਲਮ ਇਹ ਆ ਕਿ ਉਸਬੋਰਨ ਇਸ ਕਿਤਾਬ ਦੇ ਵਿੱਚ ਅਖਾਣਾਂ ਦਾ ਟਰਾਂਸਲੇਸ਼ਨ ਸਾਨੂੰ ਦੇ ਦਿੰਦਾ ਆ ਅੰਗਰੇਜ਼ੀ ਦੇ ਵਿੱਚ, ਪਰ ਉਹ ਪੰਜਾਬੀ ਦੇ ਵਿੱਚ ਸਾਡੇ ਕੋਲ ਨਹੀਂ, ਮਿਸਿੰਗ ਹੈਗਾ ਇਸ ਕਿਤਾਬ ਦੇ ਵਿੱਚ। ਕੁਛ ਇੱਕ ਹਿੱਸਾ ਇਹਦਾ ਹੈ, ਕੁਛ ਗੀਤ ਨੇ, ਕੁਛ ਹਿੱਸਾ ਇਹਦਾ ਅਖਾਣ ਨੇ, ਪਰ ਦੋਵਾਂ ਦੇ ਵਿੱਚ ਗੀਤਾਂ ਦਾ ਵੀ ਜਿਹੜਾ ਓਰੀਜਨਲ ਪੰਜਾਬੀ ਫਾਰਮ ਹੈ ਸਾਡੇ ਕੋਲ, ਉਹ ਇਹਦੇ ਵਿੱਚੋਂ ਲੁਪਤ ਹੈਗਾ ਆ। ਇਸੇ ਤਰ੍ਹਾਂ ਅਖਾਣਾਂ ਦੇ ਨਾਲ ਹੁੰਦਾ ਕਿ ਇਹਦੇ 'ਚ ਜਿਹੜਾ ਅਖਾਣਾਂ ਦਾ ਜਿਹੜਾ ਪੰਜਾਬੀ ਰੂਪ ਹੈ ਉਹ ਮਿਸਿੰਗ ਹੈਗਾ, ਜਿਹਦੇ ਕਰਕੇ ਡਾਕੂਮੈਂਟ ਇੰਨਾ ਇੰਪੋਰਟੈਂਟ ਨਹੀਂ ਬਣ ਪਾਉਂਦਾ। ਉਸ ਤੋਂ ਬਾਅਦ 'ਚ 1905 ਤੋਂ ਲੈ ਕੇ 1940 ਤੱਕ ਦਾ ਪੂਰਾ ਗੈਪ ਮੈਨੂੰ ਲੱਭਦਾ ਹੈ ਇਹਦੇ ਵਿੱਚੋਂ। ਮੈਂ ਉਹਦੇ ਬਾਰੇ ਸੋਚਦਾ ਹਾਂ ਕਿ 1905 ਤੋਂ ਬਾਅਦ ਜਦੋਂ ਪਹਿਲੀ ਵਰਲਡ ਵਾਰ ਚੱਲਦੀ ਆ, ਉਹਦੇ ਵਿੱਚ ਅੰਗਰੇਜ਼ਾਂ ਦਾ ਧਿਆਨ ਇੱਧਰੋਂ ਹਟ ਕੇ ਦੂਸਰੇ ਫਰੰਟ 'ਤੇ ਲੱਗਦਾ ਹੈ, ਜਿਹਦੇ ਕਰਕੇ ਹੌਲੀ ਹੌਲੀ ਅੰਗਰੇਜ਼ਾਂ ਦੀਆਂ ਪ੍ਰਾਇਓਰਟੀਜ਼ ਬਦਲਦੀਆਂ ਨੇ ਅਤੇ ਉਹ ਇਸ ਪਾਸੇ ਤੋਂ ਦੂਜੇ ਪਾਸੇ ਤੁਰਦੇ ਨੇ। ਅਤੇ 1940 ਦੇ ਵਿੱਚ ਇੱਕ ਹੋਰ ਜਿਹੜਾ ਅਖਾਣ ਕੁਝ ਸਾਡੇ ਸਾਹਮਣੇ ਆਉਂਦਾ ਆ, ਇਹ ਕਲੈਕਸ਼ਨ ਆਫ ਪੰਜਾਬੀ ਪ੍ਰੋਵਰਬਸ ਐਂਡ ਆਈਡੀਓਮੈਟਿਕ ਸੈਂਟੈਂਸਿਸ ਇਨ ਰੋਮਨ। ਇਸ ਪੂਰੀ ਕਿਤਾਬ ਨੂੰ ਮੈਂ ਨੈੱਟ 'ਤੇ ਬੈਠ ਕੇ ਹੱਥ ਨਾਲ ਲਿਖਿਆ ਆ। ਪੰਜਾਬੀ ਦੇ ਵਿੱਚ ਜਿਹੜੀ ਪੰਜਾਬ ਡਿਜੀਟਲ ਲਾਇਬ੍ਰੇਰੀ ਹੈਗੀ, ਉਹਦੇ ਵਿੱਚ ਇਹ ਕਿਤਾਬ ਪਈ ਆ, ਪਰ ਡਾਊਨਲੋਡ ਨਹੀਂ ਹੁੰਦੀ, ਇਸ ਲਈ ਮੈਂ ਪੂਰੀ ਕਿਤਾਬ ਨੂੰ ਹੱਥ ਨਾਲ ਬਹਿ ਕੇ ਆਪਣੀ ਪੁਸਤਕ 'ਚ ਲਿਖਿਆ। ਬਹੁਤ ਵਧੀਆ ਡਿਕਸ਼ਨਰੀ ਨਹੀਂ ਹੈ ਕੋਈ ਵੀ ਇਹ,
ਪੁਰਾਣੇ ਕੰਮ ਨੂੰ ਹੀ ਰਿਪੀਟ ਕੀਤਾ ਜਾ ਰਿਹਾ ਹੈ। ਇਹ ਲਿਖੀ ਹੈ WP ਹੇਅਰਸ ਨੇ, ਤੈਨੂੰ ਕਾਹਨ ਸਿੰਘ ਨਾਭਾ ਹੋਣਾ ਨੇ ਪੰਜਾਬੀ 'ਚ ਟਰਾਂਸਲੇਟ ਕੀਤਾ ਹੈ। ਇਹ ਡਿਟੇਲ ਭਾਸ਼ਾ ਵਿਭਾਗ ਦੇ ਜਿਹੜੇ ਸੂਚੀ ਹੈ ਉਹਦੇ ਵਿੱਚ ਤਾਂ ਲੱਭਦੀ ਹੈ, ਪਰ ਮੈਨੂੰ ਕਿਤਾਬ ਨਹੀਂ ਲੱਭਦੀ ਕਿ ਕਾਹਨ ਸਿੰਘ ਨਾਭਾ ਹੋਣਾ ਨੇ ਕਿਤਾਬ ਕਿੱਥੇ ਪਈ ਹੈ ਉਹਨਾਂ ਦੀ ਕਿਤਾਬ ਇਹ। ਸੋ ਇਹ ਕਿਤਾਬ ਵੀ ਕੋਈ ਮਹੱਤਵਪੂਰਨ ਡਾਕੂਮੈਂਟ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਕੰਮ ਜਿਹੜਾ ਹੈ ਪਹਿਲਾਂ ਹੀ ਰੈਪੀਟੀਸ਼ਨ ਜਿਹੜਾ ਹੋ ਚੁੱਕਾ ਆ ਉਹ ਚੱਲਦਾ ਆ। ਬਸ ਇਹ ਜਿਹੜੇ ਡਾਕੂਮੈਂਟ ਸੀਗੇ ਅੰਗਰੇਜ਼ਾਂ ਨੇ ਇਕੱਠੇ ਕੀਤੇ, ਅਤੇ ਸਾਡੇ ਆਉਣ ਵਾਲੇ ਜਿਹੜੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਪੂਰੀ ਟ੍ਰੈਡੀਸ਼ਨ ਹੈ 1914 ਤੋਂ ਲੈ ਕੇ ਹੁਣ ਤੱਕ। ਅਤੇ ਅਖਾਣਾਂ ਦੇ ਕੰਮ ਦੇ ਵਿੱਚ ਇੱਕ ਸਮੱਸਿਆ ਇਹ ਰਹੀ ਕਿ 1961 ਦੇ ਵਿੱਚ ਵਣਜਾਰਾ ਬੇਦੀ ਸਾਹਿਬ ਨੇ ਕੰਮ ਕੀਤਾ ਅਖਾਣਾਂ ਦੇ ਉੱਤੇ। ਮੈਂ 2011 ਸ਼ੁਰੂ ਕੀਤਾ। ਵਣਜਾਰਾ ਬੇਦੀ ਸਾਹਿਬ ਤੋਂ ਬਾਅਦ ਮੇਰੇ ਵਿਚਕਾਰ ਇੱਕ ਵੀ ਸਕਾਲਰ ਨਹੀਂ ਹੈਗਾ ਜਿਹਨੇ ਅਖਾਣਾਂ ਦੇ ਉੱਤੇ PhD ਦੇ ਲੈਵਲ ਦਾ ਕੰਮ ਕੀਤਾ ਹੋਵੇ। ਮੈਨੂੰ ਹੈਰਾਨੀ ਹੁੰਦੀ ਹੈ ਕਿ 50 ਸਾਲ ਅਸੀਂ ਇੱਕ ਟੌਪਿਕ ਨੂੰ ਬਿਲਕੁਲ ਐਕਸਪਲੋਰ ਨਹੀਂ ਕੀਤਾ, ਜਦਕਿ ਬਹੁਤ ਸੰਭਾਵਨਾ ਪਈਆਂ ਸਨ, ਹੁਣ ਵੀ ਪਈਆਂ ਨੇ। ਸਾਡੇ ਕੋਲ ਲੋਕ ਕਹਾਣੀ 'ਤੇ ਅਸੀਂ ਜੇ ਕੰਮ ਕਰੀਏ ਸਾਡੇ ਕੋਲ ਬਹੁਤ ਸਾਰਾ ਮਟੀਰੀਅਲ ਜਿਹੜਾ ਹਾਲੇ ਵੀ ਅਸੀਂ ਕੰਮ ਕਰ ਸਕਦੇ ਹਾਂ, ਪਰ ਅਸੀਂ ਕਿਉਂ ਨਹੀਂ ਕਰ ਪਾ ਰਹੇ? ਸਾਡੀਆਂ ਵੱਖਰੀਆਂ ਸਮੱਸਿਆਵਾਂ ਨੇ। ਮੈਂ ਆਪਣੀ ਗੱਲ ਸਮਾਪਤ ਕਰਦਾ। ਸ਼ੁਕਰੀਆ।